ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਸਲਾਮ। ਹੁਣ ਅਸੀਂ ਮੁਰਝਾਉਂਦੇ ਫੁੱਲਾਂ ਦੀ ਮਹਿਕ ਕਹਾਣੀ ਦਾ ਚੌਥਾ ਪਾਰਟ ਸੁਣਦੇ ਹਾਂ। ਅੰਮ੍ਰਿਤ ਨੂੰ ਘਰੋਂ ਗਏ ਨੂੰ 3 ਸਾਲ ਹੋ ਗਏ ਸਨ। ਅੰਮ੍ਰਿਤ ਦੇ ਇੰਤਜ਼ਾਰ ਵਿੱਚ ਕਿਰਨ ਦਾ ਹੁਸਨ ਢਲਦਾ ਜਾਂਦਾ ਸੀ। ਉਹ ਕਮਜ਼ੋਰ ਜਿਹੀ ਹੋ ਗਈ ਸੀ। ਉਸ ਦਾ ਉੱਭਰਦਾ ਹੋਇਆ ਜਵਾਨੀ ਵਾਲਾ ਜੋਬਨ ਮੱਤਾ ਸਰੀਰ ਉਮਰ ਤੋਂ ਪਹਿਲਾਂ ਹੀ ਢਿੱਲਾ ਪੈ ਗਿਆ ਸੀ। ਉਸ ਦੇ ਹੱਡਾਂ ਨਾਲੋਂ ਉਸ ਦਾ ਮਾਸ ਢਿਲਕ ਗਿਆ ਸੀ। ਉਹ ਜਵਾਨੀ ਦੇ ਦਿਨਾਂ ਵਿੱਚ ਹੀ ਬੁੱਢੀ ਜਿਹੀ ਲੱਗਣ ਲੱਗ ਗਈ ਸੀ। ਪਰ ਸੁਹਾਗ ਰਾਤ ਤੋਂ ਲੈ ਕੇ ਅੱਜ ਤੱਕ ਉਹ ਫੁੱਲਾਂ ਦੀ ਸੇਜ ਵਿਛਾਉਣਾ ਨਹੀਂ ਭੁੱਲੀ ਸੀ। ਅੱਜ ਵੀ ਉਹ ਤਿਆਰ ਬਰ ਤਿਆਰ ਹੋ ਕੇ ਭੋਏ ਆਸਣ ਹੀ ਲਾਉਂਦੀ ਸੀ। ਉਸ ਦਾ ਇਹ ਹਰ ਰੋਜ਼ ਦਾ ਨਿਯਮ ਸੀ। ਸ਼ਾਰਦਾ ਅਕਸਰ ਹੀ ਕਿਰਨ ਕੋਲੇ ਆਉਂਦੀ ਜਾਂਦੀ ਸੀ ਅਤੇ ਚੁਲਬਲੀਆਂ ਅਤੇ ਹਾਸੇ ਵਾਲੀਆਂ ਗੱਲਾਂ ਨਾਲ ਉਹ ਕਿਰਨ ਦਾ ਦਿਲ ਲਵਾਈ ਰੱਖਦੀ ਸੀ। ਇਸ ਬਹਾਨੇ ਨਾਲ ਥੋੜ੍ਹਾ ਕਿਰਨ ਵੀ ਹੱਸ ਲੈਂਦੀ ਸੀ। ਅੱਜ ਜਦੋਂ ਸ਼ਾਰਦਾ ਕਿਰਨ ਕੋਲ ਆਈ ਤਾਂ ਉਹ ਬਹੁਤ ਉਦਾਸ ਜੀ ਸੀ। ਉਹ ਥੱਕੇ ਥਿੱਕੇ ਜਿਹੇ ਪੈਰਾਂ ਦੇ ਨਾਲ ਚੱਲ ਰਹੀ ਸੀ ਅਤੇ ਉਸ ਦੀ ਚੁੰਨੀ ਦਾ ਪੱਲੂ ਧਰਤੀ ਨਾਲ ਘੜੀਸਦਾ ਹੋਇਆ ਆਉਂਦਾ ਸੀ। ਅੱਜ ਉਹ ਪਹਿਲਾਂ ਵਾਂਗ ਚਾਂਬੜੀ ਹੋਈ ਨਹੀਂ ਸੀ ਅਤੇ ਉਹ ਆਪਣੇ ਆਪ ਵਿੱਚ ਵੀ ਨਹੀਂ ਸੀ। ਬਸ ਉਸਨੇ ਇੱਕ ਵਾਰੀ ਆਖਿਆ ਸੀ, ਭਾਬੀ ਜੀ ਸਤਿ ਸ੍ਰੀ ਅਕਾਲ, ਅਤੇ ਫਿਰ ਉਹ ਵਿਹੜੇ ਵਿੱਚ ਪਏ ਮੰਜੇ ਉੱਤੇ ਆਪਣੇ ਆਪ ਹੀ ਬੈਠ ਗਈ ਸੀ। ਪਹਿਲਾਂ ਤਾਂ ਉਸ ਨੂੰ ਬਾਹੋਂ ਫੜ ਕੇ ਮੰਜੇ ਉੱਤੇ ਬਿਠਾਉਣਾ ਪੈਂਦਾ ਸੀ। ਉਹ ਘਰ ਵਿੱਚ ਆਉਂਦਿਆਂ ਸਾਰੀ ਖਰੂਦ ਮਚਾ ਦਿੰਦੀ ਸੀ ਅਤੇ ਗਵਾਂਢੀਆਂ ਨੂੰ ਵੀ ਪਤਾ ਲੱਗ ਜਾਂਦਾ ਸੀ ਕਿ ਇਹਨਾਂ ਦੇ ਘਰੇ ਸ਼ਾਰਦਾ ਆਈ ਆ। ਸ਼ਾਰਦਾ ਦਾ ਮਸੋਸਿਆ ਜਿਹਾ ਮੂੰਹ ਦੇਖ ਕੇ ਕਿਰਨ ਨੇ ਪੁੱਛਿਆ, ਸ਼ਾਰਦਾ ਕੀ ਹੋਇਆ ਹੈ? ਅੱਜ ਤੂੰ ਇੰਨੀ ਦੁਖੀ ਜੀ ਕਿਉਂ ਲੱਗਦੀ ਹੈ? ਸ਼ਾਰਦਾ ਕੋਲੋਂ ਬੋਲਿਆ ਨਹੀਂ ਜਾ ਰਿਹਾ ਸੀ, ਪਰ ਕਿਰਨ ਦੇ 2-3 ਵਾਰ ਪੁੱਛੇ ਜਾਣ ਉੱਤੇ ਸ਼ਾਰਦਾ ਹੁਬਕੀਆਂ ਰੋਣ ਲੱਗ ਪਈ। ਸ਼ਾਰਦਾ ਨੂੰ ਰੋਂਦਿਆਂ ਦੇਖ ਕੇ ਕਿਰਨ ਉਸ ਦੇ ਕੋਲੇ ਹੀ ਮੰਜੇ ਉੱਤੇ ਬੈਠ ਗਈ ਅਤੇ ਸ਼ਾਰਦਾ ਦੀ ਪਿੱਠ ਉੱਤੇ ਹੱਥ ਫੇਰਦਿਆਂ ਹੋਇਆਂ ਪੁੱਛਿਆ, ਸ਼ਾਰਦਾ ਕੀ ਹੋਇਆ? ਤੂੰ ਰੋਈ ਕਿਉਂ ਜਾਂਦੀ ਹੈ? ਪਰ ਸ਼ਾਰਦਾ ਰੋਣ ਤੋਂ ਚੁੱਪ ਹੀ ਨਹੀਂ ਹੋ ਰਹੀ ਸੀ ਅਤੇ ਨਾ ਹੀ ਕੁਝ ਬੋਲ ਰਹੀ ਸੀ। ਕਿਰਨ ਨੇ ਆਸੇ-ਪਾਸੇ ਦੇਖਿਆ ਕਿ ਕਿਤੇ ਕੋਈ ਘਰ ਦਾ ਜੀ ਸ਼ਾਰਦਾ ਨੂੰ ਰੋਂਦਿਆਂ ਹੋਇਆਂ ਦੇਖ ਹੀ ਨਾ ਲਵੇ। ਐਵੇਂ ਫਿਰ ਇਸ ਨੂੰ ਕਈ ਸਵਾਲ ਪੁੱਛਣਗੇ। ਕਿਰਨ ਨੇ ਸ਼ਾਰਦਾ ਨੂੰ ਬਾਹੋਂ ਫੜਿਆ ਅਤੇ ਉਠਾ ਕੇ ਆਪਣੇ ਕਮਰੇ ਅੰਦਰ ਲੈ ਗਈ। ਅੰਦਰ ਬੈੱਡ ਉੱਤੇ ਬਿਠਾ ਕੇ ਕਿਰਨ ਨੇ ਬੜੇ ਆਰਾਮ ਨਾਲ ਪੁੱਛਿਆ, ਹੁਣ ਦੱਸ ਸ਼ਾਰਦਾ ਕੀ ਹੋਇਆ? ਤੂੰ ਇੰਨਾ ਕਿਉਂ ਰੋਈ ਜਾਂਦੀ ਹੈ? ਕਿਸੇ ਨੇ ਕੁਝ ਆਖਿਆ ਹੈ ਜਾਂ ਫੌਜੀ ਦੀ ਕੋਈ ਚਿੱਠੀ ਆਈ ਹੈ? ਸ਼ਾਰਦਾ ਨੇ ਅੱਖਾਂ ਪੂੰਝਦਿਆਂ ਹੋਇਆਂ ਆਖਿਆ, ਨਹੀਂ ਭਾਬੀ ਜੀ, ਐਸੀ ਕੋਈ ਗੱਲ ਨਹੀਂ ਹੈ। ਮੈਂ ਨਕੜਮੀ ਹੀ ਕੱਲ੍ਹ ਬਹੁਤ ਵੱਡਾ ਪਾਪ ਕਰਨ ਲੱਗੀ ਸੀ।
ਫਿਰ ਸ਼ਾਰਦਾ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਗੱਲ ਕਿਰਨ ਨੂੰ ਦੱਸ ਦਿੱਤੀ। ਸ਼ਾਰਦਾ ਦੀ ਗੱਲ ਸੁਣ ਕੇ ਇੱਕ ਵਾਰ ਤਾਂ ਕਿਰਨ ਸਿਰ ਤੋਂ ਪੈਰਾਂ ਤੱਕ ਕੰਬ ਗਈ। ਫਿਰ ਉਸਨੇ ਹੌਸਲਾ ਜਿਹਾ ਕਰਕੇ ਸ਼ਾਰਦਾ ਦੇ ਸਿਰ ਉੱਤੇ ਹੱਥ ਫੇਰਿਆ ਅਤੇ ਆਖਿਆ, ਸ਼ਾਰਦਾ, ਤੂੰ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਮਨਾ। ਵਾਹਿਗੁਰੂ ਨੇ ਤੇਰੀ ਲਾਜ ਰੱਖ ਲਈ ਹੈ। ਮੈਨੂੰ ਤਾਂ ਉਹ ਪੰਡਤ ਸਧਾਰਨ ਬੰਦਾ ਨਹੀਂ ਲੱਗਦਾ, ਕੋਈ ਅਵਸਥਾ ਵਾਲਾ ਪੁਰਸ਼ ਲੱਗਦਾ ਹੈ, ਜਿਸ ਨੇ ਤੇਰੀ ਨੀਅਤ ਨੂੰ ਦੂਰੋਂ ਹੀ ਭਾਂਪ ਲਿਆ ਅਤੇ ਟੁੱਟੇ ਹੋਏ ਮਿੱਟੀ ਦੇ ਭਾਂਡੇ ਨੂੰ ਸਾਹਮਣੇ ਰੱਖ ਕੇ ਤੈਨੂੰ ਉਪਦੇਸ਼ ਦੇ ਦਿੱਤਾ। ਸ਼ਾਰਦਾ ਨੇ ਆਖਿਆ, ਹਾਂ ਭਾਬੀ ਜੀ, ਮੈਂ ਵੀ ਰਾਤ ਦੀ ਇਹੋ ਹੀ ਸੋਚੀ ਜਾਂਦੀ ਹਾਂ। ਨਹੀਂ ਤਾਂ ਸਧਾਰਨ ਮਰਦ ਇਹੋ ਜਿਹਾ ਮੌਕਾ ਕਦੋਂ ਛੱਡਦੇ ਹਨ। ਕਿਰਨ ਨੇ ਆਖਿਆ, ਦੇਖ ਸ਼ਾਰਦਾ, ਰੱਬ ਨੇ ਤੇਰਾ ਧਰਮ ਹੀ ਬਚਾਉਣਾ ਸੀ, ਜੋ ਤੇਰੀ ਨਿਗਾਹ ਪੰਡਤ ਜੀ ਉੱਪਰ ਜਾ ਪਈ। ਜੇ ਕਿਸੇ ਹੋਰ ਮਰਦ ਵੱਲ ਕਦਮ ਵਧਾ ਲੈਂਦੀ ਤਾਂ ਤੇਰਾ ਧਰਮ ਕਰਮ ਸਭ ਨਸ਼ਟ ਹੋ ਜਾਣਾ ਸੀ। ਕਿਰਨ ਦੀਆਂ ਗੱਲਾਂ ਸੁਣ ਕੇ ਸ਼ਾਰਦਾ ਹੌਲੀ ਫੁੱਲ ਵਰਗੀ ਹੋ ਗਈ ਸੀ ਅਤੇ ਉਸ ਨੂੰ ਲੱਗਦਾ ਸੀ ਕਿ ਉਸ ਦੇ ਸਿਰ ਉੱਤੋਂ ਉਸ ਦੇ ਪਾਪ ਦਾ ਬੋਝ ਜਿਹਾ ਲੱਥ ਗਿਆ ਹੈ। ਫਿਰ ਉਹ ਕਿਰਨ ਦੀ ਗੋਦੀ ਵਿੱਚ ਸਿਰ ਰੱਖ ਕੇ ਕਿੰਨਾ ਚਿਰ ਹੀ ਰੋਂਦੀ ਰਹੀ। ਅੰਮ੍ਰਿਤ ਨੂੰ ਘਰੋਂ ਗਿਆ ਬਹੁਤ ਸਮਾਂ ਹੋ ਗਿਆ ਸੀ। ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਕਿਸੇ ਨੂੰ ਵੀ ਨਹੀਂ ਲੱਗਦਾ ਸੀ ਕਿ ਅੰਮ੍ਰਿਤ ਜਿਉਂਦਾ ਜਾਗਦਾ ਹੋਵੇਗਾ। ਸਾਰੇ ਰਿਸ਼ਤੇਦਾਰ ਅੰਮ੍ਰਿਤ ਦੇ ਮਾਂ-ਪਿਓ ਨੂੰ ਵਾਰ-ਵਾਰ ਕਹਿ ਰਹੇ ਸਨ ਕਿ 4 ਭਰਾਵਾਂ ਨੂੰ ਇਕੱਠੇ ਕਰਕੇ ਅੰਮ੍ਰਿਤ ਦੇ ਨਾਮ ਦਾ ਪਾਠ ਰਖਵਾ ਦਿਓ ਅਤੇ ਰੀਤੀ ਅਨੁਸਾਰ ਭੋਗ ਪਾ ਕੇ ਪ੍ਰਸ਼ਾਦ ਵੰਡ ਦਿਓ, ਨਹੀਂ ਤਾਂ ਉਹ ਐਵੇਂ ਅਵਗਤ ਭਟਕਦਾ ਫਿਰੇਗਾ। ਪਤਾ ਨਹੀਂ ਪੁਲਿਸ ਨੇ ਕਿਹੜੀ ਡਰੇਨ ਉੱਤੇ ਲਿਜਾ ਕੇ ਖਤਮ ਕਰ ਦਿੱਤਾ ਹੋਣਾ ਵਿਚਾਰਾ। ਇਸ ਰਾਏ ਨੂੰ ਹਰ ਕੋਈ ਮੰਨ ਲੈਂਦਾ ਸੀ, ਇੱਥੋਂ ਤੱਕ ਕਿ ਕਿਰਨ ਦੇ ਮਾਂ-ਪਿਓ ਵੀ ਮੰਨ ਲੈਂਦੇ ਸਨ। ਪਰ ਅੱਜ ਤੱਕ ਨਾ ਤਾਂ ਕਿਰਨ ਮੰਨੀ ਸੀ ਅਤੇ ਨਾ ਹੀ ਕਿਰਨ ਦੇ ਸੱਸ ਸਹੁਰਾ ਮੰਨੇ ਸਨ। ਅੰਮ੍ਰਿਤ ਵਰਗੇ ਲਾਪਤਾ ਹੋਏ ਪੰਜਾਬ ਦੇ ਗੱਭਰੂਆਂ ਦੇ ਹਜ਼ਾਰਾਂ ਮਾਪਿਆਂ ਨੂੰ ਹੁਣ ਤਾਂ ਜਸਵੰਤ ਸਿੰਘ ਖਾਲੜਾ ਵਰਗੇ ਮਨੁੱਖੀ ਹੱਕਾਂ ਦੇ ਰਖਵਾਲੇ ਉੱਤੇ ਹੀ ਉਮੀਦਾਂ ਸਨ। ਹੁਣ ਤਾਂ ਜਸਵੰਤ ਸਿੰਘ ਖਾਲੜਾ ਵਰਗੇ ਮਨੁੱਖੀ ਹੱਕਾਂ ਦੇ ਰਖਵਾਲੇ ਉੱਤੇ ਹੀ ਉਮੀਦਾਂ ਸਨ, ਜੋ ਪੰਜਾਬ ਦੇ ਗੱਭਰੂਆਂ ਦੀਆਂ ਲਾਸ਼ਾਂ ਨੂੰ ਪੰਜਾਬ ਪੁਲਿਸ ਵੱਲੋਂ ਲਾਪਤਾ ਅਤੇ ਅਣਪਛਾਤੀਆਂ ਕਹਿ ਕੇ ਦੱਬਿਆ ਅਤੇ ਸਾੜਿਆ ਗਿਆ ਸੀ। ਇਹੋ ਜਿਹੇ ਮਾਵਾਂ ਦੇ ਜਾਇਆਂ ਦੀਆਂ ਕਬਰਾਂ ਖੋਜਣ ਵਾਸਤੇ ਅਮਰੀਕਾ ਤੋਂ ਇੱਕ ਸ਼ੇਰ ਸਿੱਖ ਆਇਆ ਸੀ, ਜਿਸ ਨੇ ਸੈਂਟਰ ਸਰਕਾਰ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਾਸਤੇ ਬਿਪਤਾ ਖੜੀ ਕਰ ਰੱਖੀ ਸੀ। ਸਿੱਖ ਧਰਮ ਦੇ ਵਿਰੋਧੀਆਂ ਦੀ ਅੱਖ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਤਿੱਖੇ ਰੋਡ ਦੀ ਤਰ੍ਹਾਂ ਰੜਕ ਰਿਹਾ ਸੀ। ਅੰਮ੍ਰਿਤ ਦੇ ਪਿਆਰ ਵਿੱਚ ਖੀਵੀ ਕਿਰਨ ਨੇ
ਆਪਣੇ ਸਰੀਰ ਦੀ ਸੁੱਧ ਬੁੱਧ ਭੁਲਾ ਦਿੱਤੀ ਸੀ। ਉਸ ਦਾ ਸਰੀਰ ਭਾਵੇਂ ਕਮਜ਼ੋਰ ਹੋ ਗਿਆ ਸੀ, ਪਰ ਉਸ ਦੇ ਮਨ ਨੇ ਅਤੇ ਉਸ ਦੇ ਪਿਆਰ ਨੇ ਅਜੇ ਤੱਕ ਹਾਰ ਨਹੀਂ ਮੰਨੀ ਸੀ। ਉਸ ਦੇ ਅਰਮਾਨ ਅੱਜ ਵੀ ਅੰਮ੍ਰਿਤ ਵਾਸਤੇ ਤਰੋ ਤਾਜ਼ਾ ਸਨ। ਉਹ ਹਾਲੀ ਵੀ ਰੋਜ਼ ਫੁੱਲਾਂ ਦੀ ਸੇਜ ਵਿਛਾਉਂਦੀ ਸੀ। ਉਹ ਹਾਲੀ ਵੀ ਰਾਤ ਨੂੰ ਤੇਲ ਦਾ ਦੀਵਾ ਜਗਾਉਂਦੀ ਸੀ। ਉਹ ਹਾਲੀ ਵੀ ਰਾਤ ਨੂੰ ਹਾਰ ਸ਼ਿੰਗਾਰ ਕਰਕੇ ਤਿਆਰ ਹੁੰਦੀ ਸੀ ਅਤੇ ਅੰਮ੍ਰਿਤ ਦੇ ਇੰਤਜ਼ਾਰ ਵਿੱਚ ਧਰਤੀ ਉੱਤੇ ਹੀ ਬਿਸਤਰਾ ਵਿਛਾ ਕੇ ਸੌਂ ਜਾਂਦੀ ਸੀ। ਉਸ ਨੂੰ ਹਾਲੀ ਵੀ ਆਪਣੇ ਪਿਆਰੇ ਦਾ ਇੰਤਜ਼ਾਰ ਸੀ ਕਿ ਅੱਜ ਵੀ ਉਸ ਨੂੰ ਉਸ ਦਾ ਪਿਆਰਾ ਸੁੱਤੀ ਪਈ ਨੂੰ ਬਾਹੋਂ ਫੜ ਕੇ ਉਠਾਏਗਾ ਅਤੇ ਫੁੱਲਾਂ ਦੀ ਸੇਜ ਉੱਤੇ ਬਿਠਾ ਕੇ ਪਿਆਰ ਕਰੇਗਾ। ਉਹ ਹਾਲੀ ਵੀ ਬਾਰੀ ਵਿੱਚ ਬੈਠ ਕੇ ਦੁਪਹਿਰੇ 12 ਵਜੇ ਵਾਲੀ ਗੱਡੀ ਦਾ ਇੰਤਜ਼ਾਰ ਕਰਦੀ ਸੀ ਅਤੇ ਰਾਤ ਨੂੰ 7 ਵਜੇ ਵਾਲੀ ਗੱਡੀ ਦੀਆਂ ਸਵਾਰੀਆਂ ਨੂੰ ਉਡੀਕਦਿਆਂ ਉਸ ਨੂੰ ਰਾਤ ਦੇ 12 ਵੱਜ ਜਾਂਦੇ ਸਨ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕਿਰਨ ਬਗੀਚੀ ਵਿੱਚੋਂ ਫੁੱਲਾਂ ਦੀ ਟੋਕਰੀ ਭਰ ਲਿਆਈ ਸੀ। ਸ਼ਾਮਾਂ ਦਾ ਵੇਲਾ ਸੀ। ਰੋਟੀ ਟੁੱਕ ਤੋਂ ਵਿਹਲੇ ਹੋ ਕੇ ਕਿਰਨ ਆਪਣੇ ਕਮਰੇ ਵਿੱਚ ਗਈ। ਉਸਨੇ ਪਹਿਲਾਂ ਬੈੱਡ ਦੀ ਚਾਦਰ ਬਦਲੀ ਅਤੇ ਸਿਰਹਾਣਿਆਂ ਦੇ ਛਾੜੇ ਬਦਲੇ, ਸਿਰਹਾਣਿਆਂ ਦੇ ਕਵਰ ਬਦਲੇ। ਫਿਰ ਉਸਨੇ ਰੰਗ ਬਿਰੰਗੇ ਅਤੇ ਖੁਸ਼ਬੂਦਾਰ ਫੁੱਲਾਂ ਨੂੰ ਸਾਰੇ ਬਿਸਤਰੇ ਉੱਤੇ ਬੜੇ ਪ੍ਰੇਮ ਦੇ ਨਾਲ ਖਿਲਾਰਿਆ। ਅੱਜ ਉਸ ਦਾ ਮਨ ਵਿਆਹ ਦੇ ਦਿਨ ਵਾਲੇ ਕੱਪੜੇ ਪਾਉਣ ਨੂੰ ਕੀਤਾ। ਉਸਨੇ ਅਲਮਾਰੀ ਵਿੱਚੋਂ ਸੰਧੂਰੀ ਰੰਗ ਦਾ ਪਿਓਰ ਸਿਲਕੀ ਸੂਟ ਕੱਢਿਆ, ਜਿਸ ਉੱਤੇ ਮਹਿੰਗੀ ਜਰੀ ਨਾਲ ਲਖਨਊ ਵਾਲੀ ਕਢਾਈ ਕੀਤੀ ਹੋਈ ਸੀ ਅਤੇ ਦੁਪੱਟੇ ਉੱਤੇ ਵੀ ਬਹੁਤ ਭਾਰੀ ਕਢਾਈ ਕੀਤੀ ਹੋਈ ਸੀ। ਸੂਟ ਬਹੁਤ ਸੋਹਣਾ ਅਤੇ ਭਾਰੀ ਸੀ। ਮਲੋਟ ਮੰਡੀ ਦੇ ਸੁਭਾਸ਼ ਬਾਣੀਏ ਨੇ ਆਪਣੀ ਦੁਕਾਨ ਦਾ ਸਭ ਤੋਂ ਮਹਿੰਗਾ ਸੂਟ ਕਿਰਨ ਦੇ ਪਿਓ ਨੂੰ ਕੱਢ ਕੇ ਦਿੱਤਾ ਸੀ ਅਤੇ ਆਖਿਆ ਸੀ, ਆ ਲਓ ਸਰਦਾਰ ਜੀ, ਇਹ ਲਖਨਊ ਦਾ ਬਣਿਆ ਹੋਇਆ ਸਭ ਤੋਂ ਮਹਿੰਗਾ ਅਤੇ ਸੋਹਣਾ ਸੂਟ ਹੈ। ਇਸ ਉੱਤੇ ਪਿਓਰ ਜਰੀ ਦੀ ਕਢਾਈ ਹੈ ਜੋ ਲਖਨਊ ਤੋਂ ਖਾਸ ਤੌਰ ਉੱਤੇ ਤਿਆਰ ਕਰਵਾਇਆ ਗਿਆ ਹੈ। ਬੇਟੀ ਨੂੰ ਤਿਆਰ ਹੋਈ ਨੂੰ ਦੇਖ ਕੇ ਲੋਕ ਅਸ਼ ਕਰ ਉੱਠਣਗੇ। ਕਿਰਨ ਨੇ ਉਹ ਸੂਟ ਪਾਇਆ ਅਤੇ ਜਦੋਂ ਉਹ ਤਿਆਰ ਹੋਣ ਵਾਸਤੇ ਸ਼ੀਸ਼ੇ ਦੇ ਸਾਹਮਣੇ ਹੋਈ ਤਾਂ ਉਹ ਆਪਣੇ ਆਪ ਨੂੰ ਦੇਖ ਕੇ ਡਰ ਜਿਹੀ ਗਈ। ਉਸ ਦਾ ਚਿਹਰਾ ਬਹੁਤ ਡਰਾਉਣਾ ਹੋ ਗਿਆ ਸੀਗਾ। ਉਹ ਹੱਡੀਆਂ ਦੀ ਇੱਕ ਮੁੱਠ ਜਿਹੀ ਬਣ ਗਈ ਸੀ। ਉਸ ਦੇ 4 ਸਾਲ ਪਹਿਲਾਂ ਵਾਲੀ ਜਵਾਨੀ ਦੇ ਚਮਕਦੇ ਅਤੇ ਡਲਕਾਂ ਮਾਰਦੇ ਨੈਣ ਨਕਸ਼ ਸੁੱਕ ਕੇ ਅਤੇ ਮੁਰਝਾ ਕੇ ਅੰਦਰ ਨੂੰ ਧੱਸ ਗਏ ਸਨ। ਉਸ ਦਾ ਜਵਾਨੀ ਦੀ ਲਾਲੀ ਨਾਲ ਭਰਿਆ ਹੋਇਆ ਲਾਲ ਸੂਹਾ ਅਤੇ ਕਣਕਵੰਨਾ ਰੰਗ 4 ਸਾਲਾਂ ਵਿੱਚ ਹੀ ਕਾਲਾ ਧੂਤ ਹੋ ਗਿਆ ਸੀ। ਅੱਜ ਉਸ ਨੂੰ ਆਪਣੇ ਆਪ ਤੋਂ ਹੀ ਡਰ ਲੱਗਣ ਲੱਗ ਗਿਆ ਸੀ। ਉਸਨੇ ਸ਼ੀਸ਼ੇ ਦੇ ਸਾਹਮਣੇ ਖੜ ਕੇ ਆਪਣੇ ਆਪ ਨੂੰ ਨਿਹਾਰਿਆ ਅਤੇ ਆਪਣੇ ਸਰੀਰ ਦੇ ਇੱਕ ਅੰਗ ਨੂੰ ਟੋ ਕੇ ਦੇਖਿਆ।
ਸਰੀਰ ਦਾ ਹਰ ਅੰਗ ਮੁਰਝਾ ਜਾ ਗਿਆ ਸੀ। ਜਿਵੇਂ ਧੁੱਪੇ ਪਿਆ ਲਾਲ ਸੇਬ, ਜਿਵੇਂ ਧੁੱਪੇ ਪਿਆ ਲਾਲ ਸੂਹਾ ਸੇਬ ਮੁਰਝਾ ਜਾਂਦਾ ਹੈ। ਇੱਕ ਵਾਰ ਤਾਂ ਕਿਰਨ ਆਪਣੇ ਇਸ ਰੂਪ ਨੂੰ ਦੇਖ ਕੇ ਡਰ ਗਈ ਸੀ, ਪਰ ਫਿਰ ਉਸਨੇ ਸੋਚਿਆ, ਕੋਈ ਨਾ ਕਿਰਨ, ਤੂੰ ਹਾਲੀ ਮਰੀ ਤਾਂ ਨਹੀਂ ਨਾ, ਸਰੀਰ ਹੀ ਕਮਜ਼ੋਰ ਹੋਇਆ। ਇਸ ਜਵਾਨੀ ਨੇ ਤਾਂ ਇੱਕ ਦਿਨ ਢਲਣਾ ਹੀ ਸੀ, 4 ਦਿਨ ਪਹਿਲਾਂ ਹੀ ਸਹੀ। ਆਪਣੇ ਪਿਆਰੇ ਪ੍ਰੀਤਮ ਵਾਸਤੇ ਤੇਰਾ ਪਿਆਰ ਤਾਂ ਹਾਲੀ ਜਵਾਨ ਹੈ ਨਾ। ਬਾਬੇ ਫਰੀਦ ਦੀ ਬਾਣੀ ਵਾਲੀ ਕਾਲੀ ਕੋਇਲ ਵਾਂਗੂ ਕਿਰਨ ਆਪਣੇ ਪ੍ਰੀਤਮ ਦੇ ਪਿਆਰ ਅਤੇ ਇੰਤਜ਼ਾਰ ਵਿੱਚ ਸੜ ਕੇ ਕਾਲੀ ਸਿਆਹ ਹੋ ਗਈ ਸੀ। ਕਿਰਨ ਨੇ ਕਾਲੇ ਹੋਣ ਵਾਲੀ ਅਤੇ ਕਮਜ਼ੋਰ ਹੋਣ ਵਾਲੀ ਚਿੰਤਾ ਨੂੰ ਪਾਸੇ ਛੱਡ ਕੇ ਤਿਆਰ ਹੋਣਾ ਸ਼ੁਰੂ ਕਰ ਦਿੱਤਾ। ਅੱਜ ਉਸਨੇ ਉਹ ਹਰ ਸ਼ਿੰਗਾਰ ਕੀਤਾ ਜੋ ਉਸਨੇ ਵਿਆਹ ਵਾਲੇ ਦਿਨ ਕੀਤਾ ਸੀ। ਸੁਰਖੀ ਬਿੰਦੀ ਲਾਈ, ਸਿਰ ਤੋਂ ਪੈਰਾਂ ਤੱਕ ਸਾਰੇ ਗਹਿਣੇ ਪਾਏ ਅਤੇ ਇੱਕ ਵਾਰ ਫੇਰ ਕਿਰਨ ਨੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੀ ਨਿਹਾਰਿਆ। ਫਰਵਰੀ ਮਹੀਨੇ ਦੇ ਅਖੀਰਲੇ ਦਿਨ ਸਨ। ਬਾਗਾਂ ਵਿੱਚ ਫੁੱਲਾਂ ਦੀ ਬਹਾਰ ਆਈ ਹੋਈ ਸੀ। ਬਸੰਤ ਦੀਆਂ ਤੇਜ਼ ਹਵਾਵਾਂ ਪੱਤਿਆਂ ਨੂੰ ਟਾਹਣੀਆਂ ਨਾਲੋਂ ਤੋੜ ਕੇ ਧਰਤੀ ਉੱਤੇ ਬਿਖੇਰ ਰਹੀਆਂ ਸਨ, ਪਰ ਨਾਲ ਹੀ ਦਰਖਤਾਂ ਦੀਆਂ ਸੁੰਨੀਆਂ ਟਾਹਣੀਆਂ ਉੱਤੇ ਨਵੇਂ ਪੱਤੇ ਵੀ ਪੁੰਗਰ ਰਹੇ ਸਨ। ਅੱਜ ਕੱਲ੍ਹ ਕੋਠਿਆਂ ਦੀਆਂ ਛੱਤਾਂ ਉੱਤੇ ਮੁੰਡੇ ਪਤੰਗ ਉਡਾ ਰਹੇ ਸਨ। ਕਿਸੇ ਦੀ ਗੁੱਡੀ ਅਸਮਾਨ ਉੱਤੇ ਚੜ੍ਹੀ ਹੋਈ ਸੀ ਅਤੇ ਕਿਸੇ ਦੀ ਗੁੱਡੀ ਦੀ ਡੋਰੀ ਅਸਮਾਨ ਵਿੱਚੋਂ ਟੁੱਟ ਕੇ ਧਰਤੀ ਉੱਤੇ ਆ ਡਿੱਗੀ ਸੀ। ਕਿਸੇ ਦੀ ਡੋਰੀ ਨੂੰ ਕਿਸੇ ਨੇ ਕੱਟ ਦਿੱਤਾ ਸੀ ਅਤੇ ਅਸਮਾਨ ਵਿੱਚ ਲਹਿਰਾਉਂਦੀ ਗੁੱਡੀ ਆਪਣੀ ਮਾੜੀ ਕਿਸਮਤ ਉੱਤੇ ਸਿਰ ਮਾਰਦੀ ਹੋਈ ਆਖਰੀ ਸਾਹ ਲੈਣ ਵਾਸਤੇ ਧਰਤੀ ਵੱਲ ਵੱਧਦੀ ਤੁਰੀ ਆ ਰਹੀ ਸੀ। 4 ਸਾਲ ਪਹਿਲਾਂ ਕਿਰਨ ਦੀ ਕਿਸਮਤ ਦੀ ਗੁੱਡੀ ਵੀ ਅਸਮਾਨ ਵਿੱਚ ਉਡਾਰੀਆਂ ਮਾਰਦੀ ਸੀ। ਜਦੋਂ ਹੀ ਉਸਨੇ ਅਸਮਾਨ ਨੂੰ ਛੂਹਣ ਵਾਸਤੇ ਆਪਣੀ ਕਿਸਮਤ ਨੂੰ ਤੁਣਕਾ ਮਾਰਿਆ ਸੀ ਤਾਂ ਅਚਾਨਕ ਹੀ ਕਿਸੇ ਨੇ ਉਸ ਦੀ ਡੋਰ ਕੱਟ ਦਿੱਤੀ ਸੀ। ਉਸ ਨੂੰ ਅਸਮਾਨ ਤੋਂ ਧਰਤੀ ਵੱਲ ਆਉਂਦਿਆਂ 4 ਸਾਲ ਹੋ ਗਏ ਸਨ। ਉਸ ਨੂੰ ਅਸਮਾਨ ਤੋਂ ਧਰਤੀ ਵੱਲ ਆਉਂਦਿਆਂ 4 ਸਾਲ ਹੋ ਗਏ ਸਨ, ਪਰ ਪਤਾ ਨਹੀਂ ਉਸਨੇ ਮਿੱਟੀ ਨਾਲ ਮਿੱਟੀ ਅੱਜ ਹੀ ਹੋਣਾ ਹੈ ਜਾਂ ਅਜੇ ਸਮਾਂ ਲੱਗੂ। ਫਰਵਰੀ ਦੇ ਦਿਨਾਂ ਦੀ ਰਾਤ ਵੀ ਕਾਫੀ ਵੱਡੀ ਹੁੰਦੀ ਹੈ ਅਤੇ ਸ਼ਾਮ ਨੂੰ 6 ਕੁ ਵਜੇ ਤੱਕ ਕਾਫੀ ਹਨੇਰਾ ਹੋ ਜਾਂਦਾ ਹੈ। ਠੰਡੀਆਂ ਹਵਾਵਾਂ ਵਗਣ ਕਰਕੇ ਲੋਕ ਜਲਦੀ ਹੀ ਕੰਮ ਨਿਬੇੜ ਕੇ ਰਜਾਈਆਂ ਵਿੱਚ ਜਾ ਵੜਦੇ ਹਨ। ਕਿਰਨ ਨੇ ਇੱਕ ਵਾਰ ਫਿਰ ਆਪਣੇ ਆਪ ਨੂੰ ਸ਼ੀਸ਼ੇ ਵਿੱਚੋਂ ਦੀ ਦੇਖਿਆ ਅਤੇ ਬੜੇ ਹੀ ਪਿਆਰ ਅਤੇ ਗੌਰ ਨਾਲ ਫੁੱਲਾਂ ਦੀ ਸੇਜ ਵੱਲ ਵੀ ਵੇਖਿਆ। ਕਿਰਨ ਨੇ ਇੱਕ ਵਾਰ ਫੇਰ ਆਪਣੇ ਆਪ ਨੂੰ ਸ਼ੀਸ਼ੇ ਵਿੱਚੋਂ ਦੀ ਵੇਖਿਆ
ਅਤੇ ਫਿਰ ਬੜੇ ਹੀ ਪਿਆਰ ਅਤੇ ਗੌਰ ਨਾਲ ਫੁੱਲਾਂ ਦੀ ਸੇਜ ਸਜੀ ਹੋਈ ਸੇਜ ਵੱਲ ਵੇਖਿਆ। ਫਿਰ ਉਸਨੇ ਕਮਰੇ ਦੀ ਵੱਡੀ ਲਾਈਟ ਬੰਦ ਕਰ ਦਿੱਤੀ ਅਤੇ ਸਰੋਂ ਦੇ ਤੇਲ ਦਾ ਦੀਵਾ ਜਗਾ ਦਿੱਤਾ। ਪਤਾ ਨਹੀਂ ਕਿਉਂ ਅੱਜ ਉਸ ਦਾ ਦੀਵੇ ਵਿੱਚ ਜ਼ਿਆਦਾ ਤੇਲ ਪਾਉਣ ਨੂੰ ਮਨ ਨਹੀਂ ਕੀਤਾ। ਬਸ ਥੋੜ੍ਹਾ ਜਿਹਾ ਤੇਲ ਪਾ ਕੇ ਦੀਵਾ ਜਗਾ ਦਿੱਤਾ। ਬਸ ਥੋੜ੍ਹਾ ਜਿਹਾ ਤੇਲ ਪਾ ਕੇ ਦੀਵਾ ਜਗਾ ਦਿੱਤਾ ਸੀ ਅਤੇ ਉਂਗਲ ਨਾਲ ਦੀਵੇ ਦੀ ਬੱਤੀ ਥੋੜ੍ਹੀ ਜਿਹੀ ਬਾਹਰ ਕੱਢ ਦਿੱਤੀ ਸੀ। ਰਾਤ ਦੇ 7 ਵੱਜ ਗਏ ਸੀ। ਹਵਾ ਦੇ ਵੇਗ ਨਾਲ ਬੱਲੂਆਣੇ ਤੋਂ ਪਿੰਡ ਤੱਕ ਗੱਡੀ ਦੀ ਆਵਾਜ਼ ਸਾਫ਼-ਸਾਫ਼ ਸੁਣਾਈ ਦਿੰਦੀ ਸੀ। ਗੱਡੀ ਦੀ ਚੀਖ ਸੁਣ ਕੇ ਕਿਰਨ ਦੇ ਕੰਨ ਖੜੇ ਹੋ ਗਏ ਸਨ। ਹੁਣ ਉਹ ਧਰਤੀ ਉੱਤੇ ਲੱਗੇ ਬਿਸਤਰੇ ਦੀ ਰਜਾਈ ਵਿੱਚ ਛੂਈ ਮੂਈ ਜਿਹੀ ਹੋ ਕੇ ਵੜ ਗਈ ਸੀ ਅਤੇ ਗੱਡੀ ਤੋਂ ਉਤਰਨ ਵਾਲੀਆਂ ਸਵਾਰੀਆਂ ਦੀ ਉਡੀਕ ਕਰਨ ਲੱਗ ਪਈ ਸੀ। ਅੱਧੇ ਘੰਟੇ ਤੋਂ ਉੱਤੇ ਹੋ ਗਿਆ ਸੀ। ਕਿਸੇ ਵੀ ਸਵਾਰੀ ਦੇ ਆਉਣ ਦੀ ਆਵਾਜ਼ ਸੁਣਾਈ ਨਾ ਦਿੱਤੀ। ਬਾਹਰ ਸੁੰਨਸਰਾਂ ਪਈ ਹੋਈ ਸੀ। ਉਹ ਸੋਚਦੀ ਸੀ ਸ਼ਾਇਦ ਅੱਜ ਕੋਈ ਪਿੰਡ ਵਾਲਾ ਸ਼ਹਿਰ ਹੀ ਨਾ ਗਿਆ ਹੋਵੇ। ਜੇ ਗਿਆ ਵੀ ਹੋਣਾ ਤਾਂ ਉਹ ਠੰਡ ਕਰਕੇ ਜਲਦੀ ਹੀ 5 ਵਜੇ ਵਾਲੀ ਬੱਸ ਉੱਤੇ ਆ ਗਿਆ ਹੋਣਾ। ਅੱਜ ਉਸ ਦੇ ਮਨ ਨੂੰ ਥੋੜ੍ਹੀ ਕਾਹਲੀ ਜਿਹੀ ਪੈ ਰਹੀ ਸੀ। ਅੱਜ ਉਸ ਦੇ ਮਨ ਨੂੰ ਥੋੜ੍ਹੀ ਕਾਹਲੀ ਜਿਹੀ ਪਈ ਹੋਈ ਸੀ। ਉਸ ਦਾ ਦਿਲ ਗੜੂੰ ਗੜੂੰ ਕਰਕੇ ਬਾਹਰ ਨੂੰ ਆਉਣ ਨੂੰ ਕਰਦਾ ਸੀ। ਉਸ ਨੂੰ ਲੱਗਦਾ ਸੀ ਕਿ ਜਿਵੇਂ ਅੱਜ ਕੁਝ ਚੰਗਾ ਜਿਹਾ ਹੋਵੇਗਾ ਜਾਂ ਕੁਝ ਮਾੜਾ ਹੋਵੇਗਾ। ਉਹ ਜਾਗੋ ਮਿਚੀ ਵਿੱਚ ਸੀ। ਉਸ ਦੀਆਂ ਅੱਖਾਂ ਨੀਂਦ ਵਿੱਚ ਬੰਦ ਹੋਣ ਨੂੰ ਕਰਦੀਆਂ ਸਨ, ਪਰ ਉਹ ਸੌਣਾ ਨਹੀਂ ਚਾਹੁੰਦੀ ਸੀ। ਹੁਣ ਉਸ ਨੂੰ ਨੀਂਦ ਨੇ ਘੇਰ ਲਿਆ ਸੀ ਅਤੇ ਆਪਣੇ ਕਾਬੂ ਵਿੱਚ ਕਰਕੇ ਕਿਰਨ ਨੂੰ ਸੁਲਾ ਦਿੱਤਾ ਸੀ। ਭਾਵੇਂ ਕਿਰਨ ਸੁੱਤੀ ਪਈ ਸੀ, ਪਰ ਉਸ ਦੀ ਸੁਰਤ ਅਜੇ ਵੀ ਜਾਗਦੀ ਸੀ। ਅੱਧੀ ਰਾਤ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਸੀ। ਅਚਾਨਕ ਹੀ ਧੜਾ ਕਰਕੇ ਇੱਕਦਮ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਕਿਰਨ ਦੀ ਜਾਗ ਖੁੱਲ੍ਹ ਗਈ। ਉਸਨੇ ਦੇਖਿਆ ਕਿ ਦਰਵਾਜ਼ੇ ਵਿੱਚ ਇੱਕ ਪਰਛਾਵਾਂ ਜਿਹਾ ਖੜ੍ਹਾ ਹੈ। ਬਾਹਰੋਂ ਦਰਵਾਜ਼ੇ ਰਾਹੀਂ ਪੁੰਨਿਆਂ ਦੇ ਚੰਨ ਦੀ ਰੌਸ਼ਨੀ ਕਮਰੇ ਵਿੱਚ ਆ ਰਹੀ ਸੀ। ਅੱਧੀ ਰਾਤ ਤੋਂ ਸਮਾਂ ਲੰਘ ਚੁੱਕਿਆ ਸੀ। ਅੱਜ ਪੂਰਨਮਾਸ਼ੀ ਦੀ ਰਾਤ ਸੀ ਅਤੇ ਚੰਦਰਮਾ ਆਪਣੇ ਸਫ਼ਰ ਨੂੰ ਤੈਅ ਕਰਦਾ ਹੋਇਆ ਆਸਮਾਨ ਦੇ ਵਿਚਾਲੇ ਤੋਂ ਸ਼ਿਵ ਦੇ ਵੱਲ ਨੂੰ ਢਲ ਚੁੱਕਿਆ ਸੀ। ਕਮਰੇ ਅੰਦਰ ਜਗਦੇ ਦੀਵੇ ਦੀ ਲੋ ਮੱਧਮ ਪੈ ਚੁੱਕੀ ਸੀ। ਅਤੇ ਉਸ ਦਾ ਤੇਲ ਖਤਮ ਹੋ ਚੁੱਕਾ ਸੀ। ਉਸ ਦੀ ਬੱਤੀ ਅੱਧੀ ਕੁ ਮੱਚ ਕੇ ਸੁਆਹ ਹੋ ਚੁੱਕੀ ਸੀ। ਬੈੱਡ ਉੱਤੇ ਖਿਲਰੀਆਂ ਫੁੱਲਾਂ ਦੀਆਂ ਪੱਤੀਆਂ ਵੀ ਮੁਰਝਾ ਚੁੱਕੀਆਂ ਸਨ ਅਤੇ ਸੁੰਗੜ ਕੇ ਕਾਲੀਆਂ ਹੋ ਗਈਆਂ ਸਨ। ਦਰਵਾਜ਼ੇ ਵਿੱਚ ਖੜ੍ਹੇ ਪਰਛਾਵੇਂ ਨੂੰ ਦੇਖ ਕੇ ਕਿਰਨ ਇੱਕਦਮ ਬੈਠੀ ਹੋ ਗਈ। ਦੀਵੇ ਦੀ ਮੱਧਮ ਲੋ ਵਿੱਚ ਕਿਰਨ ਦਾ ਸਾਇਆ ਵੀ ਸਾਫ਼-ਸਾਫ਼ ਦਿਖਾਈ ਦਿੰਦਾ ਸੀ। ਦੀਵੇ ਦੀ ਮੱਧਮ ਲੋ ਵਿੱਚ ਕਿਰਨ ਦਾ ਪਰਛਾਵਾਂ ਵੀ ਸਾਫ਼-ਸਾਫ਼ ਦਿਖਾਈ ਦਿੰਦਾ ਸੀ।
ਕਿਰਨ ਦੀਆਂ ਚੂੜੀਆਂ ਦੀ ਛਣਕਾਰ ਨੇ ਕਮਰੇ ਦੀ ਚੁੱਪੀ ਜੀ ਤੋੜ ਦਿੱਤੀ ਸੀ। ਸ਼ਾਇਦ ਦਰਵਾਜ਼ੇ ਵਿੱਚ ਖੜੇ ਪਰਛਾਵੇਂ ਨੇ ਹੁਣ ਪਛਾਣ ਲਿਆ ਸੀ ਕਿ ਭੁੰਜੇ ਬਿਸਤਰੇ ਵਿੱਚ ਪਈ ਔਰਤ ਕਿਰਨ ਹੀ ਹੈ। ਪਰ ਕਿਰਨ ਨੂੰ ਅਜੇ ਤੱਕ ਸਮਝ ਨਹੀਂ ਆਈ ਸੀ ਕਿ ਇਹ ਸਾਇਆ ਕਿਸ ਦਾ ਹੈ ਅਤੇ ਕਮਰੇ ਵਿੱਚ ਕਿਵੇਂ ਆ ਗਿਆ। ਜੇ ਅੰਮ੍ਰਿਤ ਹੁੰਦਾ ਤਾਂ ਉਸ ਨੂੰ ਇਸ ਤਰ੍ਹਾਂ ਖੜੇ ਰਹਿਣ ਦੀ ਕੀ ਜ਼ਰੂਰਤ ਸੀ। ਉਸਨੇ ਤਾਂ ਭੱਜ ਕੇ ਆ ਕੇ ਮੈਨੂੰ ਜੱਫੀ ਪਾ ਲੈਣੀ ਸੀ। ਕਿਰਨ ਅਜੇ ਸੋਚ ਹੀ ਰਹੀ ਸੀ ਕਿ ਉਸ ਪਰਛਾਵੇਂ ਨੇ ਕਿਰਨੇ ਕਹਿ ਕੇ ਕਿਰਨ ਨੂੰ ਜੱਫੀ ਪਾ ਲਈ। ਉਸ ਪਰਛਾਵੇਂ ਨੇ ਕਿਰਨੇ ਕਹਿ ਕੇ ਕਿਰਨ ਨੂੰ ਜੱਫੀ ਪਾ ਲਈ। ਪਰਛਾਵੇਂ ਦੀ ਜੱਫੀ ਵਿੱਚ ਜਾਂਦਿਆਂ ਹੀ ਕਿਰਨ ਦੇ ਮੂੰਹ ਵਿੱਚੋਂ ਨਿਕਲਿਆ, ਅੰਮ੍ਰਿਤ। ਜਿਵੇਂ ਹੀ ਅੰਮ੍ਰਿਤ ਨੇ ਕਿਰਨ ਨੂੰ ਛੂਹਿਆ, ਜਿਵੇਂ ਹੀ ਅੰਮ੍ਰਿਤ ਨੇ ਕਿਰਨ ਨੂੰ ਛੂਹਿਆ ਤਾਂ ਕਿਰਨ ਦੇ ਅੰਦਰ ਖੁਸ਼ੀ ਦੀਆਂ ਹਜ਼ਾਰਾਂ ਘੰਟੀਆਂ ਵੱਜ ਉੱਠੀਆਂ। ਲੱਗਦਾ ਸੀ ਦੀਵੇ ਦੀ ਲੋ ਤੇਜ਼ ਹੋ ਗਈ ਹੈ। ਮੁਰਝਾਉਂਦੇ ਹੋਏ ਫੁੱਲਾਂ ਨੇ ਆਪਣੀ ਖੁਸ਼ਬੂ ਨਾਲ ਕਮਰਾ ਭਰ ਦਿੱਤਾ ਸੀ। ਅੰਮ੍ਰਿਤ ਦੀ ਪਿੱਠ ਉੱਤੇ ਹੱਥ ਫੇਰਦਿਆਂ ਹੋਇਆਂ ਕਿਰਨ ਨੇ ਇੱਕ ਠੰਡਾ ਜਿਹਾ ਅਤੇ ਲੰਮਾ ਜਿਹਾ ਸਾਹ ਲੈਂਦਿਆਂ ਹੋਇਆਂ ਆਖਿਆ, "ਓ ਮੇਰੇ ਪਿਆਰੇ ਅੰਮ੍ਰਿਤ, ਤੁਸੀਂ ਕਿੱਥੇ ਚਲੇ ਗਏ ਸੀ? ਤੁਸੀਂ ਤਾਂ ਇਸ ਤੱਤੜੀ ਦੀ ਮੁੜ ਕੇ ਸਾਰ ਹੀ ਨਹੀਂ ਲਈ। ਚੰਦਰਿਆ, ਕੋਈ ਐਂ ਥੋੜ੍ਹਾ ਕਰਦਾ ਹੁੰਦਾ ਹੈ।" ਅੰਮ੍ਰਿਤ ਨੇ ਥਿਰਕਦੀ ਜਿਹੀ ਆਵਾਜ਼ ਵਿੱਚ ਆਖਿਆ, "ਕਿਰਨੇ, ਇੰਨੇ ਸਾਲਾਂ ਵਿੱਚ ਮੇਰਾ ਹਰ ਸਾਹ ਤੇਰੇ ਨਾਮ ਨਾਲ ਹੀ ਨਿਕਲਦਾ ਰਿਹਾ ਹੈ। ਇੰਨੇ ਸਾਲਾਂ ਵਿੱਚ ਮੇਰਾ ਹਰ ਸਾਹ ਤੇਰੇ ਨਾਮ ਨਾਲ ਹੀ ਨਿਕਲਦਾ ਰਿਹਾ ਹੈ। ਔਖਿਆਂ ਸਮਿਆਂ ਵਿੱਚ ਵੀ ਇਹ ਸਾਹ ਤੇਰੇ ਵਾਸਤੇ ਹੀ ਬਚਾ ਕੇ ਰੱਖੇ ਸਨ। ਔਖਿਆਂ ਸਮਿਆਂ ਵਿੱਚ ਵੀ ਇਹ ਸਾਹ ਮੈਂ ਤੇਰੇ ਵਾਸਤੇ ਹੀ ਬਚਾ ਕੇ ਰੱਖੇ ਸਨ। ਦੋਹਾਂ ਦੇ ਸਾਹਾਂ ਦੀਆਂ ਆਵਾਜ਼ਾਂ ਨਾਲ ਕਮਰੇ ਦੀ ਚੁੱਪੀ ਟੁੱਟ ਗਈ ਸੀ। ਦੋਵੇਂ ਜਣੇ ਟੁੱਟੇ ਟੁੱਟੇ ਅਤੇ ਸਹਿਕਦੇ ਸਾਹਾਂ ਨਾਲ ਇੱਕ ਦੂਜੇ ਕੋਲੇ ਦੁੱਖਾਂ ਦੇ ਕਸੀਦੇ ਫਰੋਲ ਰਹੇ ਸਨ। ਪਤਾ ਨਹੀਂ ਖੁਸ਼ੀ ਦੇ ਪਲਾਂ ਕਰਕੇ ਸੀ ਜਾਂ ਸਰੀਰਾਂ ਦੇ ਅੰਦਰ ਟੁੱਟ ਰਹੀਆਂ ਆਂਤੜੀਆਂ ਦੇ ਦਰਦਾਂ ਕਰਕੇ ਸੀ, ਪਰ ਦੋਵਾਂ ਦੇ ਸਾਹ ਟੁੱਟ ਟੁੱਟ ਕੇ ਚੱਲ ਰਹੇ ਸਨ। ਕਿਰਨ ਅੰਮ੍ਰਿਤ ਦੀਆਂ ਬਾਹਾਂ ਵਿੱਚ ਗੁੱਛੀ ਮੁੱਛੀ ਜਿਹੀ ਹੋ ਗਈ ਸੀ। ਫਿਰ ਅੰਮ੍ਰਿਤ ਬੈੱਡ ਨਾਲ ਹੀ ਢੋਲਾ ਕੇ ਬੈਠ ਗਿਆ ਅਤੇ ਕਿਰਨ ਉਸ ਦੀ ਗੋਦੀ ਵਿੱਚ ਸਿਰ ਰੱਖ ਕੇ ਉੱਥੇ ਹੀ ਲੰਮੀ ਪੈ ਗਈ। ਦੀਵੇ ਵਿੱਚ ਆਖਰੀ ਸਾਹ ਗਿਣਦੀ ਹੋਈ ਬੱਤੀ ਦੀ ਲੋ ਨੇ ਦੀਵੇ ਵਿੱਚ ਆਖਰੀ ਸਾਹ ਗਿਣਦੀ ਹੋਈ ਬੱਤੀ ਦੀ ਲੋ ਨੇ ਇੱਕਦਮ ਤੇਜ਼ ਰੋਸ਼ਨੀ ਕਰਕੇ ਕਮਰਾ ਚਾਨਣ ਨਾਲ ਭਰ ਦਿੱਤਾ ਅਤੇ ਫਿਰ ਭੱਕ ਭੱਕ ਕਰਕੇ ਬੁੱਝ ਗਈ। ਬਿਸਤਰੇ ਉੱਤੇ ਵਿਛੀਆਂ ਅਤੇ ਮੁਰਝਾਈਆਂ ਹੋਈਆਂ ਫੁੱਲਾਂ ਦੀਆਂ ਪੱਤੀਆਂ ਨੇ ਵੀ ਆਪਣੇ ਆਖਰੀ ਸਾਹਾਂ ਨਾਲ ਕਮਰੇ ਨੂੰ ਖੁਸ਼ਬੂਆਂ ਨਾਲ ਭਰ ਦਿੱਤਾ ਸੀ।
ਅੰਮ੍ਰਿਤ ਦੀ ਗੋਦ ਵਿੱਚ ਪਈ ਕਿਰਨ ਨੇ ਵੀ ਅੰਮ੍ਰਿਤ ਦੀ ਗੋਦ ਵਿੱਚ ਪਈ ਕਿਰਨ ਨੇ ਵੀ ਆਪਣੇ ਸਾਹਾਂ ਦੀ ਗਿਣਤੀ ਪੂਰੀ ਕਰ ਲਈ ਸੀ ਅਤੇ ਉਹ ਪ੍ਰਾਣਹੀਣ ਹੋ ਗਈ ਸੀ। ਬੈਠੇ ਬੈਠੇ ਅੰਮ੍ਰਿਤ ਦੀ ਧੌਣ ਵੀ ਥੱਲੇ ਨੂੰ ਲਟਕ ਗਈ ਸੀ, ਜਿਵੇਂ ਉਹ ਇੱਕ ਵਾਰ ਫੇਰ ਕਿਰਨ ਦਾ ਮੱਥਾ ਚੁੰਮਣਾ ਚਾਹੁੰਦਾ ਹੋਵੇ। ਉਸ ਦੀ ਵੀ ਪ੍ਰਾਣ ਸੰਗਲੀ ਟੁੱਟ ਕੇ ਬਿਖਰ ਗਈ ਸੀ। ਦੋਵਾਂ ਦੇ ਪ੍ਰਾਣ ਭੰਵਰ ਸਰੀਰਾਂ ਵਿੱਚੋਂ ਉਡਾਰੀਆਂ ਮਾਰ ਚੁੱਕੇ ਸਨ। ਅੱਜ ਉਹਨਾਂ ਦੇ ਸਾਹਾਂ ਨੇ ਉਹਨਾਂ ਦੇ ਸਰੀਰਾਂ ਨੂੰ ਛੱਡ ਦਿੱਤਾ ਸੀ। ਜਿੱਥੇ ਉਹਨਾਂ ਦੇ ਸਾਹਾਂ ਕੋਲੋਂ ਸਰੀਰਾਂ ਰਾਹੀਂ ਘੜੀ ਘੜੀ ਦਾ ਲੇਖਾ ਮੰਗਿਆ ਜਾਂਦਾ ਸੀ, ਪਰ ਆਤਮਾ ਤਾਂ ਆਜ਼ਾਦ ਅਤੇ ਅਮਰ ਹੁੰਦੀ ਹੈ। ਅੱਜ ਦੋ ਪਿਆਰ ਭਰੀਆਂ ਰੂਹਾਂ ਦਾ ਮਿਲਨ ਹੋ ਗਿਆ ਸੀ ਅਤੇ ਉਹ ਪਿਆਰ ਕਰਨ ਵਾਲਿਆਂ ਦੀ ਦੁਨੀਆ ਵਿੱਚ ਪਹੁੰਚ ਗਏ ਸਨ। ਪਿਆਰ ਕਰਨ ਵਾਲਿਆਂ ਦੀ ਦੁਨੀਆ ਵਿੱਚ ਆਉਣ ਕਰਕੇ ਪਿਛਲੀਆਂ ਸਦੀਆਂ ਵਿੱਚ ਹੋ ਚੁੱਕੇ ਪ੍ਰੇਮੀਆਂ ਵੱਲੋਂ ਉਹਨਾਂ ਦੇ ਆਗਮਨ ਉੱਤੇ ਪਿਆਰ ਦੇ ਡੰਕੇ ਵਜਾਏ ਜਾ ਰਹੇ ਸਨ। ਇਸ਼ਕ ਮਿਜ਼ਾਜ ਦੇ ਕਿੱਸੇ ਅਤੇ ਪਿਆਰ ਕਰਨ ਵਾਲਿਆਂ ਦੀ ਤਾਰੀਖ। ਇਸ਼ਕ ਮਿਜ਼ਾਜ ਦੇ ਕਿੱਸੇ ਅਤੇ ਪਿਆਰ ਕਰਨ ਵਾਲਿਆਂ ਦੀ ਤਾਰੀਖ ਹਮੇਸ਼ਾ ਆਪਣੇ ਆਪ ਨੂੰ ਦੁਹਰਾਉਂਦੀ ਹੈ, ਪਰ ਇਸ ਵਾਰ ਕੁਝ ਉਲਟਾ ਜਿਹਾ ਹੋਇਆ ਸੀ। ਇਸ ਵਾਰ ਸੋਹਣੀ ਦੀ ਥਾਵੇਂ ਮਹੀਵਾਲ ਕੱਚੇ ਘੜੇ ਉੱਤੇ ਦਰਿਆ ਪਾਰ ਕਰਕੇ ਆਇਆ ਸੀ। ਇਸ ਵਾਰ ਸੋਹਣੀ ਦੀ ਥਾਂ ਮਹੀਵਾਲ ਕੱਚੇ ਘੜੇ ਉੱਤੇ ਦਰਿਆ ਪਾਰ ਕਰਕੇ ਆਇਆ ਸੀ। ਇਸ ਵਾਰ ਸੋਹਣੀ ਨੇ ਮਹੀਵਾਲ ਵਾਂਗ ਆਪਣੇ ਪੱਟ ਦਾ ਮਾਸ ਭੁੰਨ ਕੇ ਨਹੀਂ ਰੱਖਿਆ ਸੀ। ਇਸ ਵਾਰ ਸੋਹਣੀ ਨੇ ਮਹੀਵਾਲ ਵਾਂਗ ਆਪਣੇ ਪੱਟ ਦਾ ਮਾਸ ਭੁੰਨ ਕੇ ਨਹੀਂ ਰੱਖਿਆ ਸੀ, ਬਲਕਿ ਸੋਹਣੀ ਨੇ ਤਾਂ ਆਪਣੇ ਪੂਰੇ ਸਰੀਰ ਦਾ ਮਾਸ ਹੀ ਭੁੰਨ ਕੇ ਮਹੀਵਾਲ ਅੱਗੇ ਪਰੋਸ ਦਿੱਤਾ ਸੀ। ਇਸ਼ਕ ਮਿਜ਼ਾਜ ਅਤੇ ਕਿੱਸੇ ਦੇ ਪਿਆਰ ਕਰਨ ਵਾਲਿਆਂ ਦੀ ਤਾਰੀਖ। ਇਸ਼ਕ ਮਿਜ਼ਾਜ ਦੇ ਕਿੱਸੇ ਅਤੇ ਪਿਆਰ ਕਰਨ ਵਾਲਿਆਂ ਦੀ ਤਾਰੀਖ ਹਮੇਸ਼ਾ ਆਪਣੇ ਆਪ ਨੂੰ ਦੁਹਰਾਉਂਦੀ ਹੈ, ਪਰ ਇਸ ਵਾਰ ਕੁਝ ਉਲਟਾ ਹੋਇਆ ਸੀ। ਇਸ ਵਾਰ ਸੋਹਣੀ ਦੀ ਥਾਵੇਂ ਮਹੀਵਾਲ ਕੱਚੇ ਘੜੇ ਉੱਤੇ ਤਰ ਕੇ ਦਰਿਆ ਪਾਰ ਕਰਕੇ ਆਇਆ ਸੀ। ਇਸ ਵਾਰ ਸੋਹਣੀ ਨੇ ਮਹੀਵਾਲ ਵਾਂਗ ਆਪਣੇ ਪੱਟ ਦਾ ਮਾਸ ਭੁੰਨ ਕੇ ਨਹੀਂ ਰੱਖਿਆ ਸੀ, ਬਲਕਿ ਸੋਹਣੀ ਨੇ ਤਾਂ ਆਪਣੇ ਪੂਰੇ ਸਰੀਰ ਦਾ ਮਾਸ ਹੀ ਭੁੰਨ ਕੇ ਮਹੀਵਾਲ ਅੱਗੇ ਪਰੋਸ ਦਿੱਤਾ ਸੀ। ਦੋਸਤੋ, ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ, ਪਰ ਕੁਝ ਲੋਕ ਕਹਿੰਦੇ ਹਨ ਕਿ ਸਵੇਰੇ ਦੂਜੇ ਦਿਨ ਜਦੋਂ ਅੰਮ੍ਰਿਤ ਦਾ ਆਖਰੀ ਇਸ਼ਨਾਨ ਕਰਵਾਇਆ ਗਿਆ ਸੀ ਤਾਂ ਉਸ ਦੇ ਸਰੀਰ ਉੱਤੇ ਮਾਰ ਕੁੱਟ ਦੇ ਅਤੇ ਜ਼ਖਮਾਂ ਦੇ ਤਾਜ਼ੇ ਅਤੇ ਪੁਰਾਣੇ ਨਿਸ਼ਾਨ ਸਨ। ਉਸ ਦੇ ਸਿਰ ਵਿੱਚ ਵੀ ਜ਼ਖਮਾਂ ਦੇ ਨਿਸ਼ਾਨ ਸਨ। ਉਸ ਦੇ ਇੱਕ ਪੈਰ ਦਾ ਇੱਕ ਗਿੱਟਾ ਵੀ ਟੁੱਟਿਆ ਹੋਇਆ ਸੀ। ਉਹ ਕਿਸੇ ਤਜਰਬੇਕਾਰ 3rd ਡਿਗਰੀ ਦਾ ਸ਼ਿਕਾਰ ਹੋਇਆ ਲੱਗਦਾ ਸੀ। ਉਹ ਕਿਸੇ ਤਜਰਬੇਕਾਰ 3rd ਡਿਗਰੀ ਦਾ ਸ਼ਿਕਾਰ ਹੋਇਆ ਲੱਗਦਾ ਸੀ।
ਉਸ ਨੂੰ ਜੇਲ੍ਹ ਵਿੱਚੋਂ ਛੱਡ ਦਿੱਤਾ ਗਿਆ ਸੀ ਜਾਂ ਭੱਜ ਕੇ ਆਇਆ ਸੀ, ਜਾਂ ਫਿਰ ਹੋਰਨਾਂ ਹੀ ਰਾਹਾਂ ਦੀਆਂ ਮੰਜ਼ਲਾਂ ਤੈਅ ਕਰਕੇ ਆਇਆ ਸੀ। ਇਹ ਤਾਂ ਉਹੀ ਜਾਣਦਾ ਹੈ। ਦੋਸਤੋ, ਇੱਥੋਂ ਤੱਕ ਮੇਰੀ ਲਿਖੀ ਹੋਈ ਮੁਰਝਾਉਂਦੇ ਫੁੱਲਾਂ ਦੀ ਮਹਿਕ ਕਹਾਣੀ ਖਤਮ ਹੁੰਦੀ ਹੈ। ਥੈਂਕ ਯੂ।